हेलो स्टूडेंट्स, मैं पूर्वा केमिस्ट्री ਲੈਕਚਰਰ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੋਗਾ। ਅੱਜ ਅਸੀਂ ਕਲਾਸ +1 ਦੇ ਚੈਪਟਰ ਸਮ ਬੇਸਿਕ ਕਨਸੈਪਟਸ ਆਫ ਕੈਮਿਸਟਰੀ ਦੇ ਅੰਡਰ ਮੋਲ ਕਨਸੈਪਟ ਦੇ ਬਾਰੇ ਪੜ੍ਹਾਂਗੇ। ਇਸ ਨੂੰ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਮੋਲ ਦੀ ਡੈਫੀਨੇਸ਼ਨ ਨੂੰ ਸਮਝਣਾ ਹੋਵੇਗਾ। ਇੱਕ ਮੋਲ ਕੀ ਹੈ? ਇਸ ਨੂੰ ਅਸੀਂ ਇਸ ਤਰ੍ਹਾਂ ਡਿਫਾਈਨ ਕਰਦੇ ਹਾਂ: the amount of substance that contains as many particles or entities, atoms, molecule or ions as there are atoms in exactly 12 gram of carbon 12 isotope। ਹੁਣ ਜਿਹੜਾ ਕਾਰਬਨ 12 ਹੈ ਆਈਸੋਟੋਪ, ਉਹਦੇ 12 ਗ੍ਰਾਮ 'ਚ ਅਗਰ ਆਪਾਂ ਨੰਬਰ ਆਫ ਐਟਮਸ ਕੱਢੀਏ ਤਾਂ ਉਹਦੇ ਲਈ ਆਪਾਂ ਨੂੰ ਉਹਦਾ ਮਾਸ ਕੱਢਣਾ ਪਏਗਾ, ਔਰ ਉਹਦਾ ਮਾਸ ਅਸੀਂ ਮਾਸ ਸਪੈਕਟ੍ਰੋਮੀਟਰ ਦੀ ਹੈਲਪ ਨਾਲ ਕੈਲਕੂਲੇਟ ਕੀਤਾ, ਔਰ ਇਹ ਕਾਹਦੇ ਬਰਾਬਰ ਆਇਆ? 1.99 × 10⁻23। ਹੁਣ ਸਾਨੂੰ ਪਤਾ ਹੈ ਕਿ 1 ਮੋਲ ਆਫ ਕਾਰਬਨ ਜਿਹੜਾ ਹੈ ਉਹ 12 ਗ੍ਰਾਮ ਦੇ ਬਰਾਬਰ ਹੈ। ਇਸ ਕਰਕੇ ਨੰਬਰ ਆਫ ਐਟਮਸ ਇਨ 1 ਮੋਲ ਆਫ ਕਾਰਬਨ 12 ਜਦੋਂ ਅਸੀਂ ਕੱਢੇ, it is equal to 12 gram divided by 1.99 × 10⁻23 gram per atom of carbon, और A 6.022 × 10⁻23 atoms per mole ਆ ਗਏ। ਇਸ ਕਰਕੇ ਇੱਕ ਮੋਲ ਦੀ ਵੈਲਿਊ ਜਿਹੜੀ ਹੈ 6.022 10⁻23 ਐਂਟੀਟੀਜ਼ ਆ ਗਈਆਂ, ਔਰ ਸਿੰਪਲੀਸਿਟੀ ਲਈ ਇਸ ਵੈਲਿਊ ਨੂੰ ਆਪਾਂ ਐਵੋਗੈਡਰੋ ਕੌਂਸਟੈਂਟ ਦਾ ਨਾਂ ਦਿੱਤਾ, ਜਾਂ ਐਵੋਗੈਡਰੋ ਨੰਬਰ ਦਾ ਨਾਂ। ਇਸ ਤਰ੍ਹਾਂ ਇੱਕ ਮੋਲ ਨੂੰ ਅਸੀਂ 6.022 × 10⁻23 ਪਾਰਟੀਕਲਸ ਕਹਿ ਸਕਦੇ ਹਾਂ। ਇਸ ਨੂੰ ਆਪਾਂ ਐਵੋਗੈਡਰੋ ਨੰਬਰ ਜਾਂ ਐਵੋਗੈਡਰੋ ਕੌਂਸਟੈਂਟ ਦਾ ਨਾਂ ਦਿੱਤਾ। ਜਾਂ ਦੂਜੇ ਸ਼ਬਦਾਂ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ 1 ਮੋਲ ਇਜ਼ ਐਨ ਐਵੋਗੈਡਰੋ ਨੰਬਰ ਆਫ ਪਾਰਟੀਕਲਸ। ਫੋਰ ਐਗਜ਼ਾਮਪਲ 1 ਮੋਲ ਆਫ ਹਾਈਡਰੋਜਨ ਐਟਮਸ ਅਗਰ ਲਵਾਂਗੇ ਤਾਂ ਇਟ ਇਜ਼ ਇਕੁਅਲ ਟੂ 6.022 10⁻23 ਹਾਈਡਰੋਜਨ ਐਟਮਸ। 1 mole of hydrogen molecules, it is equal to 6.022 10⁻23 hydrogen molecule। 1 mole of sodium ions, it is equal to 6.022 10⁻23 sodium ions। ਤੇ 1 mole of electrons is equal to 6.022 10⁻23 electrons। ਇਸ ਤਰ੍ਹਾਂ ਐਗਜ਼ੈਕਟ ਵੈਲਿਊ ਆਫ ਐਵੋਗੈਡਰੋ ਨੰਬਰ ਕੀ ਹੈ? 6.022 × 10⁻23। ਔਰ ਅਗਰ ਆਪਾਂ ਸਿੰਪਲੀਸਿਟੀ ਲਈ ਆਪਾਂ ਇਹਨੂੰ 6.02 × 10⁻23 ਐਂਟੀਟੀਜ਼ ਦੇ ਨਾਲ ਨੂਮੈਰੀਕਲਸ 'ਚ ਯੂਜ਼ ਕਰਦੇ ਹਾਂ। ਮਾਸ ਮੋਲ ਕਨਵਰਸ਼ਨ। ਹੁਣ ਆਪਾਂ ਮੋਲ ਅਤੇ ਗ੍ਰਾਮ ਐਟੋਮਿਕ ਮਾਸ ਵਿੱਚ ਰਿਲੇਸ਼ਨ ਸਮਝਾਂਗੇ। ਸਾਨੂੰ ਪਤਾ ਹੈ ਕਿ ਇੱਕ ਮੋਲ ਵਿੱਚ ਉਨੇ ਹੀ ਨੰਬਰ ਆਫ ਪਾਰਟੀਕਲਸ ਹੁੰਦੇ ਹੈ ਜਿੰਨੇ 12 ਗ੍ਰਾਮ ਆਫ ਕਾਰਬਨ ਦੇ ਵਿੱਚ ਨੰਬਰ ਆਫ ਐਟਮਸ ਹੁੰਦੇ ਹੈ। ਪਰ 12 ਗ੍ਰਾਮ ਆਫ ਕਾਰਬਨ ਨੂੰ ਆਪਾਂ 1 ਗ੍ਰਾਮ ਐਟਮ ਆਫ ਕਾਰਬਨ ਵੀ ਕਹਿੰਦੇ ਹਾਂ। ਇਸ ਲਈ 12 ਗ੍ਰਾਮ ਜਾਂ 1 ਗ੍ਰਾਮ ਐਟਮ ਆਫ ਕਾਰਬਨ ਵਿੱਚ 6.022 × 10⁻23 ਨੰਬਰ ਆਫ ਐਟਮਸ ਹੋਣਗੇ। ਇਸ ਲਈ ਆਪਾਂ ਇਹ ਡਿਫਾਈਨ ਕਰ ਸਕਦੇ ਹਾਂ ਕਿ ਮਾਸ ਆਫ 1 ਮੋਲ ਆਫ ਐਟਮ ਆਫ ਐਨੀ ਐਲੀਮੈਂਟ ਇਨ ਗ੍ਰਾਮਸ ਇਜ਼ ਇਕੁਅਲ ਟੂ ਇਟਸ ਗ੍ਰਾਮ ਐਟੋਮਿਕ ਮਾਸ ਔਰ 1 ਗ੍ਰਾਮ ਐਟਮ। ਜਾਂ 1 ਮੋਲ ਆਫ ਐਟਮਸ ਇਜ਼ ਇਕੁਅਲ ਟੂ 6.022 10⁻23 ਐਟਮਸ ਔਰ ਗ੍ਰਾਮ ਐਟੋਮਿਕ ਮਾਸ ਆਫ ਦ ਐਲੀਮੈਂਟ। ਮੋਲ ਐਂਡ ਗ੍ਰਾਮ ਮਾਲੀਕੂਲਰ ਮਾਸ। ਮਾਸ ਆਫ 1 ਮੋਲ ਯਾਨੀ ਕਿ 6.022 × 10⁻23 molecules of any substance is equal to its gram molecular mass ਜਾਂ ਗ੍ਰਾਮ ਮਾਲੀਕਿਊਲ। ਫੋਰ ਐਗਜ਼ਾਮਪਲ ਅਗਰ ਅਸੀਂ 1 ਮੋਲ ਮਾਲੀਕਿਊਲ ਆਫ ਵਾਟਰ ਲੈ ਲਈਏ ਤਾਂ ਉਹਦਾ ਮਾਸ ਹੋਏਗਾ 18 ਗ੍ਰਾਮ। ਅਗਰ 1 ਮੋਲ ਆਫ ਮਾਲੀਕਿਊਲ ਆਫ ਆਕਸੀਜਨ ਲਈਏ ਤਾਂ ਉਹਦਾ ਮਾਸ ਹੋਏਗਾ 32 ਗ੍ਰਾਮ। ਇਸ ਲਈ ਮਾਸ ਆਫ 1 ਮੋਲ of any substance in grams is equal to its gram molecular mass or 1 gram molecule। ਜਾਂ 1 mole of molecules is equivalent to 6.022 10⁻23 molecules or gram molecular mass। Mole concept
applied to ionic compounds. The term mole is also applied for ionic compounds. ਕਿਵੇਂ 1 mole of formula unit means 6.022 10 power 23 formula unit. ਇਸ ਲਈ mass of 1 mole formula unit in grams is equal to formula mass expressed in grams ਜਾਂ gram formula mass of the compound. Thus, mass of 1 mole formula units of any ionic substance in grams is equal to its gram formula mass. 1 mole of ਕੁਝ ਸਬਸਟੈਂਸਿਸ ਜਿਵੇਂ ਐਲੀਮੈਂਟਸ ਅਤੇ ਕੰਪਾਊਂਡਸ ਦੇ ਆਪਾਂ ਇਸ ਚਾਰਟ ਵਿੱਚ ਦੇਖਾਂਗੇ। ਜਿਵੇਂ 1 ਮੋਲ ਆਫ ਐਲੂਮੀਨੀਅਮ 27 ਗ੍ਰਾਮ, 1 ਮੋਲ ਆਫ ਆਇਰਨ 56 ਗ੍ਰਾਮ, 1 ਮੋਲ ਆਫ ਸਲਫਰ 32 ਗ੍ਰਾਮ, 1 ਮੋਲ ਆਫ ਕਾਰਬਨ 12 ਗ੍ਰਾਮ, 1 ਆਫ ਮਰਕਰੀ 200.6 ਗ੍ਰਾਮ, 1 ਮੋਲ ਆਫ ਸੋਡੀਅਮ ਕਲੋਰਾਈਡ 58.5 ਗ੍ਰਾਮ, 1 mole of copper sulfate 159.6 gram, 1 mole of iron 3 chloride 162.4 gram। ਇਸ ਤਰ੍ਹਾਂ ਅਸੀਂ ਅਲੱਗ-ਅਲੱਗ ਐਲੀਮੈਂਟਸ ਅਤੇ ਕੰਪਾਊਂਡਸ ਦੇ 1 ਮੋਲ ਵਿੱਚ ਕਿੰਨੇ ਗ੍ਰਾਮ ਹੋ ਸਕਦੇ ਆ ਉਹਨੂੰ ਆਪਾਂ ਦੱਸ ਸਕਦੇ ਹਾਂ। The mass of 1 mole of substance is also called its molar mass in the units ਗ੍ਰਾਮ ਪਰ ਮੋਲ ਜਾਂ ਕਿਲੋਗ੍ਰਾਮ ਪਰ ਮੋਲ। ਇਸ ਲਈ ਮੋਲਰ ਮਾਸ ਨੂੰ ਅਸੀਂ ਐਟੋਮਿਕ ਮਾਸ ਦੇ ਜਾਂ ਮਾਲੀਕੂਲਰ ਮਾਸ ਦੇ ਬਰਾਬਰ ਲਿਖ ਸਕਦੇ ਹਾਂ, ਪਰ ਇਨ ਗ੍ਰਾਮਸ ਲਿਖਾਂਗੇ। ਇਹ ਡਿਪੈਂਡ ਕਰੇਗਾ ਕਿ ਸਬਸਟੈਂਸ ਦੇ ਵਿੱਚ ਐਟਮਸ ਨੇ ਕਿ ਮਾਲੀਕਿਊਲਸ ਨੇ। ਠੀਕ ਹੈ ਜੀ। ਹੁਣ ਅਸੀਂ ਮੋਲ ਦੇ ਵੱਖ-ਵੱਖ ਰਿਲੇਸ਼ਨਸ਼ਿਪ ਨੂੰ ਇਸ ਮੈਪ ਵਿੱਚ ਸਮਰਾਈਜ਼ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ 1 ਮੋਲ ਅਗਰ ਇਨ ਟਰਮਸ ਆਫ ਮਾਸ ਲਈਏ ਤਾਂ ਇਟ 1 ਗ੍ਰਾਮ ਆਫ ਐਟਮ ਆਫ ਐਲੀਮੈਂਟ ਦੇ ਬਰਾਬਰ ਹੋਏਗਾ। ਜਿਵੇਂ ਗ੍ਰਾਮ ਐਟਮ ਆਫ ਕਾਰਬਨ 12 ਗ੍ਰਾਮ, ਗ੍ਰਾਮ ਐਟਮ ਆਫ ਸੋਡੀਅਮ 23 ਗ੍ਰਾਮ। ਅਗਰ ਆਪਾਂ 1 ਗ੍ਰਾਮ ਮਾਲੀਕਿਊਲ ਆਫ ਸਬਸਟੈਂਸ ਲਈਏ ਤਾਂ ਜਿਵੇਂ ਵਾਟਰ ਦੇ ਮਾਲੀਕਿਊਲ ਦੇ ਵਿੱਚ 18 ਗ੍ਰਾਮ ਦਾ ਹੋਏਗਾ, CO2 ਦੇ ਮਾਲੀਕਿਊਲ ਦੇ ਵਿੱਚ 44 ਗ੍ਰਾਮ ਦਾ ਹੋਏਗਾ। ਸਿਮਿਲਰਲੀ ਆਇਨਿਕ ਕੰਪਾਊਂਡ ਦੇ ਕੇਸ 'ਚ 1 ਗ੍ਰਾਮ ਫਾਰਮੂਲਾ ਮਾਸ ਆਫ ਸਬਸਟੈਂਸ ਤਾਂ ਦੇਖੋ NaCl ਦੇ ਲਈਏ 58.5 ਗ੍ਰਾਮ ਦਾ ਹੋਏਗਾ, ਕੈਲਸ਼ੀਅਮ ਕਾਰਬੋਨੇਟ ਲਈ 100 ਗ੍ਰਾਮ ਦਾ ਹੋਏਗਾ। ਅਗਰ ਪਾਰਟੀਕਲਸ ਦੀ ਟਰਮ 'ਚ ਆਪਾਂ ਜਿਹੜਾ ਵਾਰ-ਵਾਰ ਰਿਪੀਟ ਕਰ ਰਹੇ ਹਾਂ ਅਤੇ ਕਾਹਦੇ ਬਰਾਬਰ ਹੋਏਗਾ 6.022 × 10⁻23 ਪਾਰਟੀਕਲਸ। ਜਿਵੇਂ 1 ਮੋਲ ਆਫ ਆਕਸੀਜਨ ਐਟਮ ਇਜ਼ ਇਕੁਅਲ ਟੂ 6.022 10⁻23 ਐਟਮਸ। ਔਰ ਅਗਰ ਇਨ ਟਰਮਸ ਆਫ ਆਪਾਂ ਵੋਲਿਊਮ ਲਈਏ ਤਾਂ ਇਹ ਹੋਏਗਾ 22.4 ਲੀਟਰ ਆਫ ਗੈਸ ਐਟ NTP, ਦੈਟ ਇਜ਼ ਅ ਨਾਰਮਲ ਟੈਂਪਰੇਚਰ ਐਂਡ ਪ੍ਰੈਸ਼ਰ। ਹੁਣ ਅਸੀਂ ਮੋਲ ਕੰਸੈਪਟ ਦੇ ਰਿਗਾਰਡਿੰਗ ਰਿਲੇਸ਼ਨਸ ਦੀ ਗੱਲ ਕਰਾਂਗੇ। ਇਹਨਾਂ ਰਿਲੇਸ਼ਨਸ ਨੂੰ ਆਪਾਂ ਇਸ ਤਰ੍ਹਾਂ ਸਮਰਾਈਜ਼ ਕਰ ਸਕਦੇ ਹਾਂ। ਫੋਰ ਐਗਜ਼ਾਮਪਲ 1 ਮੋਲ ਆਫ ਐਟਮਸ ਨੂੰ ਆਪਾਂ ਜਿਵੇਂ ਕਿਹਾ 6.022 10⁻23 ਐਟਮਸ। ਇਸ ਨੂੰ ਆਪਾਂ ਗ੍ਰਾਮ ਐਟੋਮਿਕ ਮਾਸ ਆਫ ਐਨ ਐਲੀਮੈਂਟ ਕਹਿ ਸਕਦੇ ਹਾਂ। ਜੇ ਆਪਾਂ ਕਿਸੇ ਐਲੀਮੈਂਟ ਦੇ ਮੋਲਸ ਕੱਢਣੇ ਆ ਤਾਂ ਮੋਲਸ ਆਫ ਐਨ ਐਲੀਮੈਂਟ ਕਾਹਦੇ ਬਰਾਬਰ ਹੋਏਗਾ ਮਾਸ ਆਫ ਐਲੀਮੈਂਟ ਡਿਵਾਈਡਡ ਬਾਈ ਐਟੋਮਿਕ ਮਾਸ। ਮਾਸ ਆਫ 1 ਐਟਮ ਕੱਢਣਾ ਹੋਏ ਤਾਂ ਐਟੋਮਿਕ ਮਾਸ ਡਿਵਾਈਡਡ ਬਾਈ 6.022 10⁻23। ਅਗਰ 1 ਮੋਲ ਆਫ ਮਾਲੀਕਿਊਲਸ ਲਈਏ ਤਾਂ ਉਹ ਹੋਏਗਾ 6.022 10⁻23 ਮਾਲੀਕਿਊਲਸ ਜਾਂ ਗ੍ਰਾਮ ਮਾਲੀਕੂਲਰ ਮਾਸ ਆਫ ਸਬਸਟੈਂਸ। ਅਗਰ ਮੋਲਸ ਆਫ ਏ ਕੰਪਾਊਂਡ ਕੱਢਣਾ ਹੋਵੇ ਤਾਂ ਮਾਸ ਆਫ ਏ ਕੰਪਾਊਂਡ ਡਿਵਾਈਡਡ ਬਾਈ ਮੋਲੀਕੂਲਰ ਮਾਸ। ਅਗਰ ਮਾਸ ਆਫ 1 ਮਾਲੀਕੂਲ ਕੱਢਣਾ ਆਪਾਂ ਤਾਂ ਮੋਲੀਕੂਲਰ ਮਾਸ ਡਿਵਾਈਡਡ ਬਾਈ 6.022 10⁻23। ਔਰ ਅਗਰ ਵਾਲੀਊਮ ਦੀ ਟਰਮਸ 'ਚ ਆਪਾਂ ਕੱਢਣਾ ਤਾਂ ਅਗਰ ਵਾਲੀਊਮ ਆਕੂਪਾਈਡ ਬਾਈ 1 ਮੋਲ ਆਫ ਏ ਗੈਸ ਐਟ NTP ਇਟ ਸ਼ੁੱਡ ਬੀ 22.4 ਲੀਟਰਸ। ਰਿਲੇਸ਼ਨਸ ਤੋਂ ਬਾਅਦ ਹੁਣ ਅਸੀਂ ਕੈਲਕੂਲੇਸ਼ਨ ਆਫ ਮੋਲ ਮਾਸ ਅਤੇ ਨੰਬਰ ਆਫ ਪਾਰਟੀਕਲਸ ਦੀ ਸਕੀਮ ਨੂੰ ਇਸ ਤਰੀਕੇ ਨਾਲ ਸਮਰਾਈਜ਼ ਕਰ ਸਕਦੇ ਹਾਂ। ਫੋਰ ਐਗਜ਼ਾਮਪਲ
ਅਗਰ ਆਪਾਂ ਨੰਬਰ ਆਫ ਮੋਲਸ ਨੂੰ ਐਵੋਗੈਡਰੋ ਨੰਬਰ ਨਾਲ ਮਲਟੀਪਲਾਈ ਕਰੀਏ ਤਾਂ ਇਹ ਨੰਬਰ ਆਫ ਪਾਰਟੀਕਲਸ ਬਣ ਜਾਣਗੇ, ਜਾਂ ਦੂਜੇ ਸ਼ਬਦਾਂ 'ਚ ਨੰਬਰ ਆਫ ਪਾਰਟੀਕਲਸ ਨੂੰ ਡਿਵਾਈਡ ਕਰੀਏ ਐਵੋਗੈਡਰੋ ਨੰਬਰ ਨਾਲ ਤਾਂ ਫਿਰ ਨੰਬਰ ਆਫ ਮੋਲਸ 'ਤੇ ਵਾਪਿਸ ਆ ਜਾਣਗੇ। ਨੰਬਰ ਆਫ ਮੋਲਸ ਨੂੰ ਅਗਰ ਆਪਾਂ ਮਲਟੀਪਲਾਈ ਕਰਾਂਗੇ ਵੋਲੀਊਮ ਨਾਲ ਤਾਂ 22.4 ਲੀਟਰ ਨਾਲ ਮਲਟੀਪਲਾਈ ਕਰਕੇ ਆਪਾਂ ਵੋਲੀਊਮ ਐਟ NTP ਇਨ ਲੀਟਰਸ ਆ ਜਾਏਗਾ। ਅਗਰ ਵੋਲੀਊਮ ਨੂੰ ਆਪਾਂ ਜਿਹੜਾ ਵੋਲੀਊਮ NTP ਇਨ ਲੀਟਰਸ ਲਿਆ ਗਿਆ ਉਹਨੂੰ ਆਪਾਂ ਡਿਵਾਈਡ ਕਰਾਂਗੇ 22.4 ਲੀਟਰ ਨਾਲ ਤਾਂ ਨੰਬਰ ਆਫ ਮੋਲਸ ਆ ਜਾਣਗੇ। ਇਨ ਟਰਮਸ ਆਫ ਮਾਸ 'ਚ ਅਗਰ ਨੰਬਰ ਆਫ ਮੋਲਸ ਨੂੰ ਆਪਾਂ ਮੋਲਰ ਮਾਸ ਨਾਲ ਮਲਟੀਪਲਾਈ ਕਰਾਂਗੇ ਤਾਂ ਮਾਸ ਆ ਜਾਏਗਾ ਸਬਸਟੈਂਸ ਦਾ। ਅਗਰ ਮਾਸ ਨੂੰ ਸਬਸਟੈਂਸ ਦੇ ਮਾਸ ਨੂੰ ਆਪਾਂ ਡਿਵਾਈਡ ਕਰਾਂਗੇ ਮੋਲਰ ਮਾਸ ਨਾਲ ਤਾਂ ਉਹ ਨੰਬਰ ਆਫ ਮੋਲਸ ਆ ਜਾਏਗਾ। ਇਸ ਤਰ੍ਹਾਂ ਅਸੀਂ ਸਾਰੀਆਂ ਚੀਜ਼ਾਂ ਦੀ ਸਮਰੀ ਤੋਂ ਬਾਅਦ ਕੁਛ ਨਿਊਮੈਰੀਕਲਸ ਨੇ ਜਿਹੜੇ ਆਪਾਂ ਇਹਨਾਂ ਦੇ ਫਾਰਮੂਲਿਆਂ 'ਤੇ ਬੇਸ 'ਤੇ ਮੋਲ ਕੰਸੈਪਟ 'ਤੇ ਬੇਸ 'ਤੇ ਸੋਲਵ ਕਰਾਂਗੇ। ਹੁਣ ਅਸੀਂ ਮੋਲ ਕੰਸੈਪਟ ਦੇ ਰਿਗਾਰਡਿੰਗ ਨਿਊਮੈਰੀਕਲ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਫॉर एग्जांपल कैलकुलेट द मास ऑफ वन एटम ऑफ कार्बन 14। ਸਾਨੂੰ ਪਤਾ ਹੈ ਕਾਰਬਨ 14 ਦਾ ਜਿਹੜਾ ਗ੍ਰਾਮ ਐਟੋਮਿਕ ਮਾਸ ਹੈ ਉਹ 14 ਗ੍ਰਾਮ ਹੈ। ਇਟ ਮੀਨਸ 6.022 10 per 23 atoms of carbon is equal to 14 gram. Is mass of one atom of carbon 14, it is equal to 14 divided by 6.022 10 power 23। और जब आप इसनूं कैलकुलेट करांगे तो आ जाएगा 2.32 इंटू 10 पर -23 ग्राम्स। इस तरह असी मास ऑफ वन मॉलिक्यूल ऑफ N2 भी कढ़ सकते हैं। उवें ही 6.022 इंटू 10 पर 23 मॉलिक्यूल्स ऑफ नाइट्रोजन और ग्राम मॉलिक्यूलर मास ऑफ नाइट्रोजन इज इक्वल टू 28 ग्राम। मास ऑफ वन मॉलिक्यूल ऑफ नाइट्रोजन it is equal to 28 divided by 6.022 into 10 power 23। और जो आप इनू कैलकुलेट किया तो 4.65 into 10 पर -23 ग्राम्स आएगा। सेकेंड टाइप द न्यूमेरिकल असी नंबर ऑफ मॉलिक्यूल्स प्रेजेंट इन ए गिवन वॉल्यूम ऑफ गैस कढ़न की कोशिश करांगे। जिमें कि न्यूमेरिकल है कैलकुलेट द नंबर ऑफ मॉलिक्यूल्स and number of atoms present in 11.2 liters of oxygen at NTP। ਹੁਣ ਸਾਨੂੰ ਪਤਾ ਹੈ ਕਿ 1 mole of O2 at NTP occupies 22.4 liters। 11.2 liters of O2 at NTP is equal to 1 divided by 22.4 multiplied by 11.2, it is equal to half mole। Now 1 mole of O2 contains 6.022 into 10 power 23 molecules। Then 0.5 mole of O2 contains 6.022 into 10 power 23 multiplied by 0.5, it should be 3.01 into 10 power 23 molecules। And 1 molecule of oxygen is equal to 2 multiplied by 3.01 into 10 power 23, that is 6.02 10 power 23 atoms। इस टाइप के न्यूमेरिकल असी मास ਨੂੰ मोल्स कन्वर्ट करना सीखांगे। For example, calculate the number of moles in the 7.85 grams of iron। ਹੁਣ ਸਾਨੂੰ atomic mass of iron पता है, that is 55.8 units। given mass ਦਿੱਤਾ 7.85 grams of iron। now moles of iron is equal to mass of iron divided by atomic mass। ਇਸ ਲਈ 7.85 ਨੂੰ ਜਦੋਂ ਆਪਾਂ 55.8 ਤੇ ਡਿਵਾਈਡ ਕੀਤਾ ਤਾਂ ਇਹ 0.141 ਮੋਲਸ ਆ ਗਏ। ਇਸ ਨਿਊਮੈਰੀਕਲ ਵਿੱਚ ਅਸੀਂ ਨੰਬਰ ਆਫ ਐਟਮਸ ਕੱਢਣ ਦੀ ਕੋਸ਼ਿਸ਼ ਕਰਾਂਗੇ। ਫॉर एग्जांपल कैलकुलेट द नंबर ऑफ एटम्स इन 52 moles of argon। ਸਾਨੂੰ ਪਤਾ ਹੈ ਕਿ 1 mole of argon contains 6.022 10 power 23 atoms। 52 mole of argon, it should be multiplied by 52, that is 3.13 into 10 power 25 atoms। ਅੱਜ ਦਾ ਲੈਕਚਰ ਮੋਲ ਕੰਸੈਪਟ ਦੇ ਬੇਸ 'ਤੇ ਸੀ। ਸਭ ਤੋਂ ਪਹਿਲੇ ਅਸੀਂ ਮੋਲ ਦੀ ਡੈਫੀਨੇਸ਼ਨ, ਐਵੋਗੈਡਰੋ ਨੰਬਰ, ਮਾਸ ਮੋਲ ਕਨਵਰਸ਼ਨਸ ਅਤੇ ਮੋਲ ਦੇ ਵੱਖ-ਵੱਖ ਰਿਲੇਸ਼ਨਸ਼ਿਪ ਨੂੰ ਸਮਰਾਈਜ਼ ਕੀਤਾ ਅਤੇ ਮੋਲ, ਮਾਸ ਤੇ ਨੰਬਰ ਆਫ ਪਾਰਟੀਕਲਸ ਨੂੰ ਕਿਵੇਂ ਕੈਲਕੂਲੇਟ ਕੀਤਾ ਜਾਂਦਾ ਹੈ ਉਹਦੇ ਬਾਰੇ ਪੜ੍ਹਿਆ।
ਉਸ ਤੋਂ ਬਾਅਦ ਆਪਾਂ ਕੁਝ ਨਿਊਮੈਰੀਕਲ ਸੋਲਵ ਕੀਤੇ ਤੇ ਹੁਣ ਆਪਾਂ MCQ ਬਾਰੇ ਗੱਲ ਕਰਾਂਗੇ ਜਿਹੜੇ ਕਿ ਮੋਲ ਕਨਸੈਪਟ ਦੇ ਬੇਸ ਹੈ। ਫॉर एग्जांपल ਸਭ ਤੋਂ ਪਹਿਲੇ ਅਕੋਰਡਿੰਗ ਟੂ SI ਸਿਸਟਮ ਡੈਸ਼ ਇਜ਼ यूज्ड टू मेजर द अमाउंट ऑफ सब्सटेंस। ऑप्शंस है मोल, वेट, वेट मशीन, मास। तो इनका आंसर होएगा मोल। इसी तरह दूजा व्हाट इज़ द नंबर ऑफ एंटिटीज़ और पार्टिकल्स टुगैदर इन मोल कंसैप्ट इज नोन एज। तो ऑप्शंस है एवोगैड्रो कांस्टेंट, बोल्ट्जमैन कांस्टेंट, गैस कांस्टेंट, रेलन नंबर। तो साडा आंसर होएगा एवोगैड्रो नंबर। तीसरा क्वेश्चन है मोल ऑफ एनी सबसटेंस इज़ हाउ मच। तो जिवें आपां वारी वारी मोल कंसैप्ट दे विच पढ़िया है कि मोल दी वैल्यू 6.022 10^23 पार्टिकल्स है। इस करके किसी भी सबसटेंस का मोल 6.022 10^23 पार्टिकल्स के बराबर होएगा। लास्ट वन 12.044 इंटू 10^23 एटम्स ऑफ O2 कंटेन्स हाउ मैनी मोल्स। तो आप न्यूमेरिकल्स कैलकुलेट किया सी जिमें 1 मोल 2 मोल 3 मोल और 4 मोल। तो आंसर बनेगा 2 मोल। मैनू उम्मीद है कि हुण सारिਆਂ ਨੂੰ मोल कंसैप्ट, डेफिनेशन ऑफ मोल, मास मोल रिलेशनशिप ਅਤੇ ਕਨਵਰਸ਼ਨਸ ਤੇ ਉਹਦੇ ਬੇਸ ਨੂਮੈਰੀਕਲ ਸਮਝ ਆਏ ਹੋਣਗੇ। ਧੰਨਵਾਦ।